ਨੈਕਸਟ ਆਪਾਂ ਸਟਾਰਟ ਕਰਨ ਲੱਗੇ ਹਾਂ 13th ਕੁਐਸਚਨ। 13th ਕੁਐਸਚਨ ਵਿੱਚ ਕੀ ਹੈ ਦੇਖੋ ਧਿਆਨ ਨਾਲ, ਟੂ ਅਲਟਰਨੇਟ ਸਾਈਡਸ ਆਫ ਅ ਰੈਗੂਲਰ ਪੋਲੀਗਨ। ਹੁਣ ਅਲਟਰਨੇਟ ਦਾ ਮਤਲਬ ਧਿਆਨ ਨਾਲ ਦੇਖ ਲਓ ਕੀ ਹੁੰਦਾ ਹੈ। ਅਲਟਰਨੇਟ ਦਾ ਮਤਲਬ ਹੁੰਦਾ ਕਿ ਕੋਈ ਵੀ ਪੋਲੀਗਨ, ਫੋਰ ਐਗਜ਼ਾਮਪਲ ਮੇਰੇ ਕੋਲ ਇੱਦਾਂ ਦੀ ਕੋਈ ਪੋਲੀਗਨ ਹੈ, ਪੋਲੀਗਨ ਵਿੱਚ ਅਲਟਰਨੇਟ ਸਾਈਡਸ ਹੋਣਗੀਆਂ। ਜੇ ਇੱਕ ਆਹ ਸਾਈਡ ਹੈ, ਅਗਲੀ ਸਾਈਡ ਛੱਡ ਦਿਓ, ਫਿਰ ਨੈਕਸਟ ਸਾਈਡ। ਅਲਟਰਨੇਟ ਮਤਲਬ ਇਹ ਹੁੰਦਾ ਹੈ ਕਿ ਇੱਕ ਸਾਈਡ, ਇੱਕ ਛੱਡ ਕੇ ਫਿਰ ਤੀਜੀ ਸਾਈਡ, ਵੀ ਆਹ ਦੋ ਸਾਈਡ ਜਿਹੜੇ ਹੈਗੇ ਉਹ ਅਲਟਰਨੇਟ ਸਾਈਡਸ ਹੈ। ਤਾਂ ਪੋਲੀਗਨ ਦੇ ਵਿੱਚ ਜਿਹੜੀਆਂ ਹੈਗੀਆਂ ਰੈਗੂਲਰ ਪੋਲੀਗਨ ਦੇ ਦੋ ਅਲਟਰਨੇਟ ਜਿਹੜੀਆਂ ਸਾਈਡਸ ਹੈ ਆਰ ਵੈਨ ਪ੍ਰੋਡਿਊਸਡ। ਜਦੋਂ ਆਪਾਂ ਦੋ ਅਲਟਰਨੇਟ ਸਾਈਡਸ ਲਈਆਂ, ਫੋਰ ਐਗਜ਼ਾਮਪਲ ਮੈਂ ਇੱਕ ਆਹ ਸਾਈਡ ਲੈ ਲਈ, ਇੱਕ ਮੈਂ ਆਹ ਸਾਈਡ ਲੈ ਲਈ। ਪੋਲੀਗਨ ਪਤਾ ਨਹੀਂ ਹੁਣ ਕਿੱਦਾਂ ਦੀ ਹੋਊਗੀ ਪੋਲੀਗਨ, ਕਿਉਂਕਿ ਨੰਬਰ ਆਫ ਸਾਈਡਸ ਆਪਾਂ ਨੂੰ ਗਿਵਨ ਨਹੀਂ ਗੀ, ਤਾਂ ਮੈਂ ਵੈਸੇ ਹੀ ਇੱਕ ਆਹ ਸਾਈਡ ਬਣਾਤੀ, ਇੱਕ ਆਹ ਸਾਈਡ ਬਣਾਤੀ ਰੈਗੂਲਰ ਪੋਲੀਗਨ ਦੀ। ਆਰ ਪ੍ਰੋਡਿਊਸਡ, ਇਹਨਾਂ ਨੂੰ ਕੀ ਕੀਤਾ, ਪ੍ਰੋਡਿਊਸ ਕਰਨਾ। ਪ੍ਰੋਡਿਊਸ ਮਤਲਬ ਅੱਗੇ ਅੱਗੇ ਐਕਸਟੈਂਡ ਕਰ ਦੇਣਾ। ਮੀਟ ਐਟ ਰਾਈਟ ਐਂਗਲ, ਤਾਂ ਉਹਨਾਂ ਨੂੰ ਪ੍ਰੋਡਿਊਸ ਕਰਨ ਤੋਂ ਬਾਅਦ ਹੀ ਰਾਈਟ ਐਂਗਲ 'ਤੇ ਇੱਥੇ ਰਾਈਟ ਐਂਗਲ 'ਤੇ ਕੀ ਹੈ, ਮੀਟ ਕਰਦੇ ਪਏ ਆ। ਕੈਲਕੂਲੇਟ ਦ ਨੰਬਰ ਆਫ ਸਾਈਡਸ, ਤਾਂ ਆਹ ਪੋਲੀਗਨ ਵਿੱਚ ਆਪਾਂ ਨੰਬਰ ਆਫ ਸਾਈਡਸ ਕੈਲਕੂਲੇਟ ਕਰਨੀ ਹੈ। ਤਾਂ ਨੰਬਰ ਆਫ ਸਾਈਡਸ ਕਿਵੇਂ ਕੈਲਕੂਲੇਟ ਕਰਨੀ ਹੈ, ਪਹਿਲਾਂ ਮੈਂ ਡਾਇਗਰਾਮ ਥੋੜੀ ਸੈੱਟ ਜੀ ਕਰ ਲਾਂ। ਡਾਇਗਰਾਮ ਕਿਵੇਂ ਸੈੱਟ ਹੋਊਗੀ, ਮੈਂ ਇਹਨੂੰ ਇਹਦੇ ਨਾਲ ਜੁਆਇਨ ਕਰਨ ਲੱਗੀ ਹਾਂ। ਜੁਆਇਨ ਮੈਂ ਕਿਉਂ ਕੀਤਾ, ਕਿਉਂਕਿ ਮੈਨੂੰ ਪਤਾ ਤਾਂ ਰਾਈਟ ਐਂਗਲ ਟ੍ਰਾਇੰਗਲ ਬਣ ਜੂਗੀ, ਕੁਛ ਨਾ ਕੁਛ ਤਾਂ ਚਲੋ ਹੈਲਪ ਹੋਊਗੀ ਇਹਦੇ ਨਾਲ, ਠੀਕ ਹੈ। ਫਿਰ ਮੇਰੇ ਕੋਲ ਆਹ ਵਾਲੀ ਪੋਲੀਗਨ ਹੈ, ਆਹ ਵਾਲੀ ਪੋਲੀਗਨ ਹੈਗੀ ਹੈ, ਅਤੇ ਆ ਬਾਹਰੋਂ ਮੈਂ ਇਹਨੂੰ ਐਕਸਟੈਂਡ ਕੀਤਾ ਹੋਇਆ ਸੀਗਾ। ਇਹਨੂੰ ਨੇਮ ਦੇ ਦਿਓ ਇੱਕ ਵਾਰੀ, ABPCD। ਏ ਬੀ ਅਤੇ ਸੀ ਡੀ ਦੋਨੋਂ ਅਲਟਰਨੇਟ ਸਾਈਡਸ ਹੈ, ਅਤੇ ਇਹਨਾਂ ਨੂੰ ਆਪਾਂ ਐਕਸਟੈਂਡ ਕਰਕੇ ਪੀ ਪੁਆਇੰਟ 'ਤੇ ਮੀਟ ਕੀਤਾ ਹੋਇਆ, ਠੀਕ ਹੈ। ਆਹ ਵਾਲੇ ਜਿਹੜੇ ਹੁਣ ਆਹ ਵਾਲੇ ਐਂਗਲਸ ਹੈ, ਇਹ ਇੰਟੀਰੀਅਰ ਐਂਗਲ ਹੈ ਇਸ ਡਾਇਗਰਾਮ ਦੇ, ਇਸ ਪੋਲੀਗਨ ਦੇ ਆਹ ਵਾਲੇ ਇੰਟੀਰੀਅਰ ਐਂਗਲਸ ਹੈ, ਕਿਉਂਕਿ ਐਕਚੁਅਲ ਪੋਲੀਗਨ ਮੈਂ ਆਹ ਵਾਲੀ ਬਣਾਈ ਹੈ, ਇਹ ਇੰਟੀਰੀਅਰ ਐਂਗਲਸ ਹੈ। ਅਤੇ ਆਹ ਵਾਲੇ ਜਿਹੜੇ ਬਾਹਰਲੇ ਐਂਗਲਸ ਹੈ, ਆਹ ਵਾਲਾ ਅਤੇ ਆਹ ਵਾਲਾ, ਇਹ ਬਾਹਰਲੇ ਐਂਗਲਸ ਹੈ, ਐਕਸਟੀਰੀਅਰ ਐਂਗਲ ਆਹ ਅਤੇ ਆਹ ਐਕਸਟੀਰੀਅਰ ਐਂਗਲ ਹੈ, ਠੀਕ ਹੈ। ਤਾਂ ਹੁਣ ਆਪਾਂ ਕਿਵੇਂ ਇਹਨਾਂ 'ਤੇ ਲਗਾਵਾਂਗੇ, ਧਿਆਨ ਨਾਲ ਦੇਖੋ। ਜਿਹੜੇ ਇੰਟੀਰੀਅਰ ਐਂਗਲ ਹੁੰਦੇ ਆ ਰੈਗੂਲਰ ਪੋਲੀਗਨ ਦੇ ਹਮੇਸ਼ਾ ਇੰਟੀਰੀਅਰ ਐਂਗਲ ਸਾਰੇ ਬਰਾਬਰ ਹੁੰਦੇ ਆ। ਇੰਟੀਰੀਅਰ ਐਂਗਲ ਬਰਾਬਰ ਹੋਣ ਦਾ ਮਤਲਬ, ਜੇ ਆਹ ਐਕਸ ਹੈ, ABC ਬਰਾਬਰ ਹੈ, ਉੱਧਰੋਂ DCB ਵੀ ਬਰਾਬਰ ਹੈ, ਤਾਂ ਆਹ ਵੀ ਐਕਸ ਹੋਊਗਾ, ਠੀਕ ਹੈ। ਹੁਣ ਮੈਂ ਕੀ ਕਰਨ ਲੱਗੀ ਹਾਂ, ਇੱਥੇ ਨਾ ਆਪਾਂ ਉਹ ਲਗਾ ਦਿੰਦੇ ਹਾਂ ਲੀਨੀਅਰ ਪੇਅਰ ਦਾ ਫਾਰਮੂਲਾ, ਠੀਕ ਹੈ। ਇਹਨੂੰ ਲੈਟ ਕਰ ਲਓ ਕਿ ਇਹ Y ਹੈ, ਇਹ Z ਹੈ, ਠੀਕ ਹੈ। ਤਾਂ ਇਹਦੇ 'ਤੇ ਫਾਰਮੂਲਾ ਲਗਾਓ। ਫਾਰਮੂਲਾ ਕੀ ਬਣੂਗਾ ਇਹਦੇ, ਫਸਟ ਪਹਿਲਾਂ ਇਹਦੇ 'ਤੇ ਮੈਂ ਲਗਾਉਣ ਲੱਗੀ ਹਾਂ x + y = 180 ਡਿਗਰੀ ਲੀਨੀਅਰ ਪੇਅਰ। ਇੱਧਰੋਂ ਇਹਦੇ 'ਤੇ ਲਗਾਉਣ ਲੱਗੀ ਹਾਂ x + y = 180 ਡਿਗਰੀ, ਕਿਉਂਕਿ ਕੋਈ ਵੀ ਰੈਗੂਲਰ ਪੋਲੀਗਨ ਹੋਊਗੀ ਨਾ, ਉਹਦੇ ਵਿੱਚ ਇੰਟੀਰੀਅਰ ਐਂਗਲ ਅਤੇ ਐਕਸਟੀਰੀਅਰ ਐਂਗਲ ਦਾ ਸਮ ਹਮੇਸ਼ਾ 180 ਡਿਗਰੀ ਹੁੰਦਾ, ਉਹ ਲੀਨੀਅਰ ਪੇਅਰ ਹੀ ਬਣਦਾ ਹੁੰਦਾ, ਕਲੀਅਰ। ਹੁਣ ਆਹ ਦੋਨੋਂ ਕੀ ਆਪਣੇ ਕੋਲ ਇਕੁਏਸ਼ਨ 1 ਅਤੇ 2 ਆ ਗਈਆਂ ਨਾ। ਇਕੁਏਸ਼ਨ 1 ਅਤੇ 2 ਨੂੰ ਵੇਖੋ, ਜਿਹੜੇ ਰਾਈਟ ਹੈਂਡ ਸਾਈਡ ਆ ਉਹ ਬਰਾਬਰ ਹੈ ਦੋਨਾਂ ਦਾ 180 ਹੈ, ਠੀਕ ਹੈ। ਜੇ ਰਾਈਟ ਹੈਂਡ ਸਾਈਡ ਬਰਾਬਰ ਹੈ, ਲੈਫਟ ਹੈਂਡ ਸਾਈਡ ਵੀ ਬਰਾਬਰ ਹੋਊਗਾ, ਮਤਲਬ x + y = x + z ਹੋ ਜੂ। x ਨਾਲ x ਕੈਂਸਲ ਹੋ ਗਿਆ, y = z, ਮਤਲਬ ਆਹ ਦੋਨੋਂ ਐਂਗਲ ਵੀ ਆਪਣੇ ਕੋਲ ਕੀ ਹੈ, ਬਰਾਬਰ ਹੋ ਗਏ, ਠੀਕ ਹੈ। ਹੁਣ ਆਹ ਵਾਲੇ ਦੋਨੋਂ ਐਂਗਲ ਵੀ ਬਰਾਬਰ ਹੋ ਗਏ, ਅਤੇ ਆਹ ਐਂਗਲ ਆਪਾਂ ਨੂੰ ਗਿਵਨ ਹੈ 90 ਹੈ। ਤਾਂ ਪਹਿਲਾਂ ਫਾਈਂਡ ਆਊਟ ਕਰ ਲਈਏ, ਕਿਉਂਕਿ ਐਕਚੁਅਲੀ ਆਪਾਂ ਇਹਦੇ 'ਚ ਨੰਬਰ ਆਫ ਸਾਈਡਸ ਫਾਈਂਡ ਆਊਟ ਕਰਨੀ ਹੈ। ਨੰਬਰ ਆਫ ਸਾਈਡਸ ਕਿਵੇਂ ਫਾਈਂਡ ਆਊਟ ਹੋਣਗੀਆਂ, ਜੇ ਮੈਨੂੰ ਕੋਈ ਵੀ ਐਕਸਟਰਨਲ ਜਾਂ ਇੰਟੀਰੀਅਰ ਐਂਗਲ ਪਤਾ ਲੱਗੂਗਾ, ਤਾਂ ਮੈਂ ਫਾਰਮੂਲਾ ਲਗਾ ਕੇ ਸਾਈਡਸ ਫਾਈਂਡ ਆਊਟ ਕਰ ਸਕਦੀ ਹਾਂ, ਠੀਕ ਹੈ। ਹੁਣ ਆਪਣੇ ਕੋਲ ਦੋਨੋਂ ਐਂਗਲ ਇਕੁਅਲ ਹੈ, ਮੈਂ y ਦੀ ਜਗ੍ਹਾ 'ਤੇ z ਦੀ ਜਗ੍ਹਾ 'ਤੇ y ਲਿਖਣ ਲੱਗੀ ਹਾਂ। ਇਹ ਅੰਦਰਲੀ ਟ੍ਰਾਇੰਗਲ 'ਤੇ ਐਂਗਲ ਸਮ ਪ੍ਰੋਪਰਟੀ ਲਗਾਓ। ਐਂਗਲ ਸਮ ਪ੍ਰੋਪਰਟੀ ਕੀ ਕਹਿੰਦੀ ਹੈ, ਸਮ ਆਫ ਆਲ ਐਂਗਲਸ y + y + 90 = 180 ਡਿਗਰੀ, 2y + 90 = 180 ਡਿਗਰੀ, 2y = 90, y = 45। ਮਤਲਬ ਜਿਹੜਾ ਬਾਹਰਲਾ ਐਕਸਟੀਰੀਅਰ ਐਂਗਲ ਹੈ, ਇਹ ਆਪਣੇ ਕੋਲ 45 ਡਿਗਰੀ ਆ ਗਿਆ। ਆ ਵੀ ਕਿੰਨਾ ਆ ਗਿਆ ਆਪਣੇ ਕੋਲ, 45 ਡਿਗਰੀ। ਐਕਸਟੀਰੀਅਰ ਐਂਗਲ 45 ਦੀ ਵੈਲਿਊ ਆ ਗਈ ਨਾ। ਆਪਣੇ ਕੋਲ ਐਕਸਟੀਰੀਅਰ ਐਂਗਲ ਦਾ ਫਾਰਮੂਲਾ ਕੀ ਹੁੰਦਾ ਹੈ, ਜਿਹੜਾ ਐਕਸਟੀਰੀਅਰ ਐਂਗਲ, ਈਚ ਐਕਸਟੀਰੀਅਰ ਐਂਗਲ = 360 ਬਾਈ ਨੰਬਰ ਆਫ ਸਾਈਡਸ। ਇੱਥੋਂ n ਦੀ ਵੈਲਿਊ ਕੱਢ ਲਓ, n ਦੀ ਵੈਲਿਊ ਕਿੰਨੀ ਆ ਜੂਗੀ, 360 ਬਾਈ 45। ਇੱਥੋਂ n ਦੀ ਵੈਲਿਊ ਆ ਜੂਗੀ ਆਪਣੇ ਕੋਲ 8, ਮਤਲਬ ਇਸ ਪੋਲੀਗਨ ਦੇ ਵਿੱਚ 8 ਨੰਬਰ ਆਫ ਸਾਈਡਸ ਹੋਣਗੀਆਂ। ਹੁਣ ਅਗਰ ਸਮ ਤੁਸੀਂ ਰੱਟਾ ਲਗਾਓਗੇ ਕਿ ਪਹਿਲਾਂ ਇੱਦਾਂ ਹੀ ਲੈਣਾ ਫਿਰ ਇੱਦਾਂ ਹੀ ਲੈਣਾ, ਫਿਰ ਬਹੁਤ ਕਨਫਿਊਜ਼ ਹੋਵੋਗੇ। ਸਿੰਪਲ ਜੀ ਜੋ ਚੀਜ਼ਾਂ ਗਿਵਨ ਹੁੰਦੀਆਂ ਉਸ ਅਕੋਰਡਿੰਗ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕਰੋ। ਹੌਲੀ ਹੌਲੀ ਪ੍ਰੈਕਟਿਸ ਨਾਲ ਸਾਰਾ ਕੁਛ ਆਉਣ ਲੱਗ ਜੂਗਾ। ਪਹਿਲੀ ਵਾਰ ਨਹੀਂ ਸਮਝ ਆਇਆ ਕੋਈ ਗੱਲ ਨਹੀਂ, ਇਹਨੂੰ ਬੈਕ ਕਰਕੇ ਦੁਬਾਰਾ ਸੁਣ ਲਓ। ਮਤਲਬ ਹਰੇਕ ਚੀਜ਼ ਕੀ ਸਟੈਪ ਬਾਈ ਸਟੈਪ ਜ਼ਰੂਰ ਸਮਝ ਆ ਜੂਗੀ, ਅਤੇ ਸਟੈਪ ਬਾਈ ਸਟੈਪ ਜਿਵੇਂ ਕਿਹਾ ਉਸ ਅਕੋਰਡਿੰਗ ਹੀ ਕਰਨਾ ਹੈ। ਤਾਂ ਉਸ ਅਕੋਰਡਿੰਗ ਆਪਣੀ n ਦੀ ਵੈਲਿਊ ਕਿੰਨੀ ਆ ਜੂਗੀ, 8। ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ, ਇਨ ਰੈਗੂਲਰ ਪੈਂਟਾਗਨ ABCDE। ਇੱਕ ਆਪਣੇ ਕੋਲ ਪੈਂਟਾਗਨ ਗਿਵਨ ਹੈ, ਪੈਂਟਾਗਨ ਮਤਲਬ 5 ਸਾਈਡਸ ਵਾਲਾ, 5 ਸਾਈਡਸ ਵਾਲਾ ਪੈਂਟਾਗਨ ਗਿਵਨ ਹੈ ABCDE। ਤਾਂ ਆਪਾਂ ਲਿਖਣ ਲੱਗੇ ਹਾਂ AB, ਠੀਕ ਹੈ। AB ਇੱਦਾਂ ਦਾ ਪੈਂਟਾਗਨ ਹੁੰਦਾ ਹੈ, 1 2 3, ਇੱਧਰੋਂ ਬਣ ਜੂ ਗਿਆ 4, ਅਤੇ 1 2 3, ਇੱਕ ਆਪਣੇ ਕੋਲ ਆਹ ਵਾਲੀ ਬਣ ਜੂਗੀ, ਇੱਕ ਆਪਣੇ ਕੋਲ ਆ,
देखो साइड्स बन गया 1 2 3 4 5, हाँ 5 साइड वाला बन गया। ठीक है, प्रॉपर जिहा बना दिंदे आपां। आ बन गया अपने कोल पेंटागन। ठीक है, ए बी सी डी ई। उस तो बाद ड्रॉ अ डायगनल बी ई, डायगनल बी ई ड्रॉ करना है, इदा आप डायगनल मीट करना है इत्थे। एंड दैन फाइंड द मैजर ऑफ, तो आप हम फाइंड आउट करना है एंगल बी ए ई। एक आप आ फाइंड आउट करना है एक्स, ए बी ई, एक आप आ फाइंड आउट करना है वाई, बी ई डी, एक आप आ फाइंड आउट करना है जैड। ठीक है, तो वन बाय वन आप देखते हैं किमें करांगे। हुण आ ट्रायंगल 'ਚ देखो ए बी ई, इन ट्रायंगल ए बी ई, क्योंकि रैगूलर पेंटागन है। रैगूलर पेंटागन का मतलब की होंगे जी साइड है उनका मैजर हरेक दे इक्वल होंगे। आ साइड ये बराबर होगी, आ साइड ये, सारी साइड्स एक दूजे के बराबर है। ठीक है, तो आ साइड की है ये बराबर है। जो कोई भी आइसोसलेस ट्रायंगल का बराबर होना, बराबर होंगे की होंगे कि जो दो एंगल्स ऑपोजिट दो एंगल्स होंगे ना, जिवें आ वाला एंगल भी आ साइड ते आ साइड दे आ एंगल एक्स होंदा पिया ना, आह साइड ते आह साइड विच एंगल एक्स होंदा, इनू नहीं आपां वेखना। बाकी जिहड़े दोनों एंगल होणगे वो बराबर होणगे, मतलब जे आ वाई है तो आ भी वाई होऊगा। ठीक है, हुण आपां की करना है, इहदे विच आपां आ एक्स की वैल्यू ते वाई की वैल्यू दोनों आपां की है फाइंड आउट करना है। तो किवें फाइंड आउट करांगे, देखो इहदे विच तुसीं की करो, पहला एक्सटीरियर एंगल की प्रॉपर्टी लगा दिंदे हैं, क्योंकि इहदे विच की अपने कोल 5 साइड वाला पेंटागन गिवन है ना, तो ईच एक्सटीरियर एंगल का फार्मूला यूज़ कर लो। ईच एक्सटीरियर एंगल दा फार्मूला हुंदा है 360 बाय एन, क्योंकि अपन एन की वैल्यू गिवन है 5 है, तो ईच एक्सटीरियर एंगल का फार्मूला मतलब एंगल आ जाऊगा। ईच एक्सटीरियर एंगल कितना आ जाऊगा 360 बाय 5, तो एक्सटीरियर एंगल अपने को कितना आ गया इत्थे 72 डिग्री। ठीक है, इत्थे मतलब कोई भी जो एक्सटीरियर एंगल होगा वो 72 डिग्री होगा। आ एक्सटीरियर एंगल 72 डिग्री आ गया। हुण एक्सटीरियर तो इंटीरियर एंगल मैं फाइंड आउट कर सकती है ना, कि फाइंड आउट करूँगी इत्थे लीनियर पेयर लगा के 72 प्लस एक्स इज इक्वल्स टू 180 डिग्री, तो एक्स की वैल्यू मेरे को कितनी आ जाऊगी इत्थे 108 डिग्री। तो मेरे को अंदर एक्स की वैल्यू 108 डिग्री आ गई। हुण मैं की करा, इस ट्रायंगल के एंगल सम प्रॉपर्टी लगा के वाई की वैल्यू नू फाइंड आउट कर ला। वाई की वैल्यू किवें फाइंड आउट करूँगी, देखो इन ते एंगल सम प्रॉपर्टी लगाओ, कि आ जाऊगा एक्स प्लस वाई इज इक्वल्स टू 180 डिग्री। एक्स की वैल्यू आप ऑलरेडी कढ़ ली 108, वाई प्लस वाई कितना आ गया 2y इज इक्वल्स टू 180 डिग्री। जो इन्हू सॉल्व करोगे, सॉल्व करने थोड़े को आंसर आ जाऊगा 2y इज इक्वल्स टू 180 विचों 108 नू माइनस करना है, 72 आ जाऊगा। 72 डिवाइड बाय 2 करोगे तो 36 आ जाऊगा। वाई की वैल्यू कितनी आ गई अपने को 36। तो आप एक्स भी फाइंड आउट कर लिया 108 है, वाई भी फाइंड आउट कर लिया 36 है। ठीक है, हुण गल रह गई अपने को जैड की। जैड किवें फाइंड आउट होगा, देखो आप इहदे विच कीता एक्सटीरियर एंगल आप फाइंड आउट किया होया ना, जिहड़ा आ वाला एक्सटीरियर एंगल है आह वाला ये अपने गिवन है 108। जे आ एक्सटीरियर एंगल अपने को 108 है, तो ये आप लीनियर पेयर लगा के आ वाला फाइंड आउट कर सकते हैं। तो आ वाला फाइंड आउट कर लो कि आ जाऊगा 108 प्लस जैड इज इक्वल्स टू 180 डिग्री। तो जैड 180 माइनस 108 कर लो, तो आंसर आ जाऊगा थोड़े को 72। तो मतलब जो अंदरला एंगल है जैड वाला ये हैगा अपने को 72 डिग्री। ठीक है, सारे एंगल्स आप पैदा करके फाइंड आउट कर ले। नेक्स्ट क्वेश्चन अपने को, द डिफरेंस बिटवीन द एक्सटीरियर एंगल ऑफ टू रेगुलर पॉलीगन हैविंग द साइड्स इक्वल टू n-1 एंड n+1 इज 9 डिग्री। अपन एक्चुअली गिवन किया है भी डिफरेंस ऑफ एक्सटीरियर एंगल्स। एक्सटीरियर एंगल्स अपन डिफरेंस गिवन है। एक्सटीरियर एंगल का मतलब की होंगे, एक्सटीरियर एंगल होंगे 360 बाय n। ठीक है, कोई एक n साइड की रेगुलर पॉलीगन लिए फॉर्मूला आह होंगे। बट पहली बार क्या है, अकॉर्डिंग टू फर्स्ट इक्वेशन n की वैल्यू n-1 है। तो अकॉर्डिंग टू फर्स्ट इक्वेशन एक्सटीरियर एंगल कितना है 360 बाय n-1, तो दूजे अकॉर्डिंग की है जो एक्सटीरियर एंगल है वो कितना 360 ओवर n+1। तो डिफरेंस गिवन है अपन उन्होंने का, डिफरेंस मतलब सबट्रैक्ट गिवन है अपन, डिफरेंस ऑफ बोथ ऑफ डिफरेंस अपन कितना गिवन है 360 बाय n+1 इज इक्वल्स टू 9 डिग्री। ये अपन डिफरेंस गिवन सीगा। हुण इत्थों आपां की सिंपल n की वैल्यू नू फाइंड आउट करना है। दोनों की 360 कॉमन है, 360 बाहर काट लो, ब्रैकेट्स की बच गया 1 ओवर n-1 माइनस 1 ओवर n+1 इज इक्वल्स टू 9। इनू चंगी तरह सॉल्व कर लो। सॉल्व किवें करोगे, देखो n-1 n+1 आ जाऊगा एलसीएम 360 ओमी ब्रैकेट n-1 n+1 आ गया एलसीएम, आह इधर चल जाऊगा n+1 माइनस अगली जी आ चीज़ में इधर भेजोगे ब्रैकेट्स भेजियो क्योंकि माइनस का साइन अगे
इज इक्वल टू 9। तो इनू सॉल्व कर लो। 360 ब्रैकेट n+1 माइनस n+1, क्योंकि ब्रैकेट जो खोलांगे साइन चेंज हो जाएंगे। इत्थे n+1 तो n-1 उवें रखियो इज इक्वल्स टू 9। इत्थे माइनस n+n कैंसल हो जाएंगे, कि आ जाऊगा 362 ओवर n-1 n+1 इज इक्वल्स टू 9। हुण की करो 360 तो 9 नूं उधर लै जाने आपां, या इन्हां नूं इधर लै जाने। 360 मल्टीप्लाई 2 उवें रखो, 9 नूं इधर ले आंदा, n-1 तो n+1 नूं मैं इधर ले आंदा। ठीक है, इनू सॉल्व कर लो। जो 360 नूं 9 नाल डिवाइड करोगे तुहाडे कोल आंसर आ जाऊगा अपने कोल 40। ठीक है, 40 मल्टीप्लाई 2 इत्थे आ जाऊगा 80। हुण कि इत्थे n-1 n+1 ये फॉर्मूला तुसीं याद रख लो, या अगर खोलना तो खोल भी सकते हो। इनू अंदर अंदर इदा खोल लो। n नूं पहला n नूं n+1 ना करो, फिर -1 नूं n+1 ना करो, इदा खोलियो तुहानूं सौखा हो जाऊगा। कितना आ जाऊगा n² प्लस n माइनस n-1 प्लस n कैंसल हो गए। 80 इज इक्वल्स टू n² -1 उधर जाके +1 हो गए 81 बन जाऊगा। स्केयर जाके बना दिओ अंडर रूट, n की वैल्यू आ जाऊगी 9। तो नंबर ऑफ साइड्स किन्नियां होणगे इस पॉलीगन दे विच 9। तो इधर सारी कैलकुलेशन नूं प्रॉपरली सॉल्व करना है। ठीक है, नैक्सट क्वेश्चन है, इफ द डिफरेंस बिटवीन द एक्सटीरियर एंगल ऑफ ए रेगुलर पॉलीगन इज n+1 n तो n+1। हुण इहदे विच अपने कोल एक साइड n है, एक n+1 है। सेम आही क्वेश्चन है, इत्थे एक n आ जाऊगा, एक n+1 आ जाऊगा। सिमिलर वे नाल सॉल्व करना है, ये तुसीं हुण अपने आप करना है। ठीक है, द रेशियो बिटवीन द नंबर ऑफ साइड्स ऑफ 2 रेगुलर पॉलीगन इज 3:4। अपन नंबर ऑफ साइड्स की जिहड़ी रेगुलर पॉलीगन विच कोई भी एक पॉलीगन है, उहदी जिहड़ी नंबर ऑफ साइड्स है 3n है, अगली पॉलीगन की नंबर ऑफ साइड्स की है 4n है। पहला लिख लो अपन की गिवन है, साइड्स ऑफ फस्ट पॉलीगन। साइड्स ऑफ फस्ट पॉलीगन गिवन आपां नूं 3n ते साइड्स ऑफ सैकेंड पॉलीगन किन्नी गिवन आपां नूं 4n। ठीक है, हुण अगे गिवन है एंड द रेशियो ऑफ देयर सम ऑफ इंटीरियर एंगल्स, तो इन्हां दे इंटीरियर एंगल्स की आपां नूं रेशियो गिवन है। ਇਹਦਾ इंटीरियर एंगल की बनूगा, इंटीरियर एंगल का फॉर्मूला की हुंदा सी n-2 × 180 डिग्री, ये फॉर्मूला हुंदा सी ना। तो इनू की है चंगी तरह सॉल्व कर लो। इन्हां दे अपन इंटीरियर एंगल्स का सम रेशियो गिवन है आह वाला, सम ऑफ इंटीरियर एंगल्स आह वाला हुंदा सी। तो इहदे च पुट कर दो, n की वैल्यू कितनी है 3n -2 × 180 डिग्री, इधर भी n की वैल्यू पुट कर दो 4n -2 × 180 डिग्री। ठीक है, तो रेशो इन्हां दी गिवन आपां नूं फस्ट -180 डिग्री ओवर सैकेंड की रेशो इंटू 180 डिग्री, ये रेशो अपन गिवन है 2:3। ठीक है, हुण इनू की है चंगी तरह सॉल्व कर लो। फॉर्मूला यही सी ना n-2 × 180 डिग्री। हुण इनू की चंगी तरह सॉल्व कर लो। सॉल्व किवें करोगे, 180 कैंसल हो जाएंगे, कितना आ जाऊगा 3n -2 ओवर 4n -2 इज इक्वल्स टू 2/3। इनू क्रिस क्रॉस कर लो, 3n -2 इज इक्वल्स टू 2 4n -2 कितना आ जाऊगा 9n -6 8n -4। 8n नूं 9n को लै जाने हैं तो -4 को +4 लै जाने हैं, कितना आ जाऊगा n इज इक्वल्स टू 2। n की वैल्यू कितनी आ गई अपने को इत्थे 2। ठीक है, तो ये तुसीं की करियो हुण फाइंड आउट कर लो। एक दे विच साइड्स 2n सीगियां ना, सॉरी साइड्स 3n सीगियां, तो 3 × 2 कर दो, एक 4n सी 4 × 2 कर दो, तो नंबर ऑफ साइड्स भी ईच पॉलीगन विच आपां नूं पता लग गए। नैक्सट क्वेश्चन अपने कोल, 3 ऑफ द एक्सटीरियर एंगल्स ऑफ हेक्सागन आर दिस, इफ ईच ऑफ द रिमेनिंग एक्सटीरियर एंगल इज x फाइंड द वैल्यू ऑफ x। कहते आपां नूं कोई हैक्सागन दे विच, हैक्सागन मतलब 6 साइडेड मतलब पॉलीगन दे विच एक्सटीरियर एंगल्स आपां नूं आह गिवन है, एक एक्सटीरियर एंगल n है, एक n है तो एक n है। ठीक है, बाकी जिन्ने भी एक्सटीरियर एंगल बच गए उन्हां दा मैजर है जिहड़ा x डिग्री है, तो आपां फाइंड आउट करना है x डिग्री कितना होगा। ठीक है, हुण आपां नूं की है एक्सटीरियर एंगल्स गिवन है ना, एक्सटीरियर एंगल्स दे विच सम की हुंदा है, आपां नूं पता है सम ऑफ एक्सटीरियर एंगल इज इक्वल्स टू 360 डिग्री। ये बस तुसीं याद रखना है कि सम ऑफ एक्सटीरियर एंगल जिन्ने मर्जी नंबर ऑफ साइड्स होण 360 बराबर ही हुंदा है, पर आपां नूं गिवन हुण हैक्सागन है मतलब 6 साइडेड है, एक एंगल 40 है, अगला एंगल 51 है, अगला एंगल 86 है, तो बाकी जिहड़ा हैगा सारे एंगल है उन्हां दा मैजर x डिग्री है बराबर 360। इन्हां नूं चंगी तरह सॉल्व कर लिओ। सॉल्व करन ते क्या आऊगा 40 + 51 + 86 कितना आ जाऊगा 177। x की वैल्यू कितनी आ जाऊगी 360 - 177। इनू सॉल्व करन ते आंसर आ जाऊगा तुहाडे कोल 183। ठीक है, तो कितनियां साइड्स बच गई अपने कोल,
1 2 3 3 ਸਾਈਡਸ ਆਪਾਂ ਨੂੰ ਗਿਵਨ ਸੀ, 3 ਮਤਲਬ ਐਂਗਲ ਹੋਰ ਹੋਣਗੇ ਨਾ ਇੱਥੇ, ਮਤਲਬ x ਪਲੱਸ x ਹੋਊਗਾ, 3x ਹੋਊਗਾ ਮਤਲਬ ਇੱਧਰ, ਠੀਕ ਹੈ, ਕਿਉਂਕਿ 6 ਐਂਗਲ ਓਬਵੀਅਸ 6 ਐਂਗਲ ਹੋਣਗੇ ਅਤੇ ਹਰੇਕ ਬਾਕੀ ਐਂਗਲ ਦਾ x ਡਿਗਰੀ ਮੈਜਰ ਸੀਗਾ। ਤਾਂ 3x ਇਜ਼ ਇਕੁਅਲਸ ਟੂ 183, x ਇਜ਼ ਇਕੁਅਲਸ ਟੂ 183/3 ਕਰ ਦਿਓ ਤਾਂ ਤੁਹਾਡੇ ਕੋਲ ਆਂਸਰ ਆ ਜਾਊਗਾ 61। ਤਾਂ ਬਾਕੀ ਜਿਹੜੇ ਐਂਗਲਸ ਦਾ ਮੈਜਰ ਕਿੰਨਾ ਹੋਊਗਾ 61 ਡਿਗਰੀ। ਨੈਕਸਟ ਆਪਣੇ ਕੋਲ 19th ਕੁਐਸਚਨ। 19th ਕੁਐਸਚਨ ਵਿੱਚ ਕੀ ਕਿ ਆਪਾਂ ਨੰਬਰ ਆਫ ਸਾਈਡਸ ਫਾਈਂਡ ਆਊਟ ਕਰਨੀ ਹੈ। ਰੈਗੂਲਰ ਪੋਲੀਗਨ ਦੀਆਂ ਨੰਬਰ ਆਫ ਸਾਈਡਸ ਫਾਈਂਡ ਆਊਟ ਕਰਨੀ ਹੈ ਅਤੇ ਆਪਾਂ ਨੂੰ ਗਿਵਨ ਕੀ ਹੈ, ਇਟਸ ਇੰਟੀਰੀਅਰ ਐਂਗਲ ਇਜ਼ 5 ਟਾਈਮਸ ਦਾ ਐਕਸਟੀਰੀਅਰ ਐਂਗਲ। ਮੰਨ ਲਓ ਜੇ ਆਪਣੇ ਕੋਲ ਆਹ ਵਾਲਾ ਐਕਸਟੀਰੀਅਰ ਐਂਗਲ ਹੈ ਤਾਂ ਜਿਹੜਾ ਇੰਟੀਰੀਅਰ ਐਂਗਲ ਹੈ ਉਹ 5 ਟਾਈਮਸ ਆਫ ਐਕਸਟੀਰੀਅਰ ਐਂਗਲ ਹੈ, ਠੀਕ ਹੈ। ਆਪਾਂ ਨੂੰ ਇਹ ਕੰਡੀਸ਼ਨ ਗਿਵਨ ਹੈ, ਆਪਾਂ ਕੀ ਕਰਨਾ ਐਨ ਦੀ ਵੈਲਿਊ ਨੂੰ ਫਾਈਂਡ ਆਊਟ ਕਰਨਾ ਹੈ। ਆਹ ਐਕਸਟੀਰੀਅਰ ਐਂਗਲ ਹੈ, ਆ ਆਪਣੇ ਕੋਲ ਇੰਟੀਰੀਅਰ ਐਂਗਲ ਹੈ। ਤਾਂ ਕੀ ਕਰੀਏ 5x ਪਲੱਸ x ਇਜ਼ ਇਕੁਅਲਸ ਟੂ 180 ਡਿਗਰੀ ਲਗਾ ਦਈਏ, ਕਿਉਂਕਿ ਕੋਈ ਵੀ ਰੈਗੂਲਰ ਪੋਲੀਗਨ ਦੇ ਵਿੱਚ ਇੰਟੀਰੀਅਰ ਅਤੇ ਐਕਸਟੀਰੀਅਰ ਐਂਗਲ ਜਿਹੜਾ ਸਮ ਹੁੰਦਾ ਉਹ 180 ਡਿਗਰੀ ਹੁੰਦਾ, ਠੀਕ ਹੈ। ਤਾਂ 6x ਕਿੰਨਾ ਆ ਗਿਆ ਆਪਣੇ ਕੋਲ 180 ਡਿਗਰੀ, x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ ਇੱਥੇ 30 ਡਿਗਰੀ। ਤਾਂ ਆਪਣੇ ਕੋਲ ਐਕਸਟੀਰੀਅਰ ਐਂਗਲ ਕਿੰਨਾ ਆ ਗਿਆ 30 ਡਿਗਰੀ। ਮੈਂ ਐਕਸਟੀਰੀਅਰ ਐਂਗਲ ਤੋਂ ਕੀ ਨੰਬਰ ਆਫ ਸਾਈਡਸ ਫਾਈਂਡ ਆਊਟ ਕਰਨੀ ਹੈ, ਤਾਂ ਐਕਸਟੀਰੀਅਰ ਐਂਗਲ ਦਾ ਜਿਹੜਾ ਜੋੜ ਐਕਸਟੀਰੀਅਰ ਐਂਗਲ ਜਿਹੜਾ ਹੁੰਦਾ ਉਹ 360/n ਦੇ ਬਰਾਬਰ ਹੁੰਦਾ। n ਦੀ ਵੈਲਿਊ ਨੂੰ ਫਾਈਂਡ ਆਊਟ ਕਰ ਲਓ, n ਦੀ ਵੈਲਿਊ ਤੁਹਾਡੇ ਕੋਲ ਆ ਜਾਊਗੀ 12, ਮਤਲਬ ਨੰਬਰ ਆਫ ਸਾਈਡਸ ਪੋਲੀਗਨ 'ਚ ਕਿੰਨੇ ਹੋਣਗੇ 12। ਦ ਰੇਸ਼ੀਓ ਬਿਟਵੀਨ ਇਟਸ ਐਕਸਟੀਰੀਅਰ ਐਂਗਲ ਐਂਡ ਇੰਟੀਰੀਅਰ ਐਂਗਲ ਇਜ਼ ਦਿਸ। ਹੁਣ ਆਪਾਂ ਨੂੰ ਕੀ ਰੇਸ਼ੀਓ ਗਿਵਨ ਹੈ ਵੀ ਇਹਦੇ ਇੰਟੀਰੀਅਰ ਐਂਗਲ ਅਤੇ ਐਕਸਟੀਰੀਅਰ ਐਂਗਲ ਦੀ ਰੇਸ਼ੀਓ ਹੈ। ਐਕਸਟੀਰੀਅਰ ਐਂਗਲ ਕਿੰਨਾ 2x ਪਹਿਲਾ, ਫਿਰ ਇੰਟੀਰੀਅਰ ਗਿਵਨ ਹੈ, ਇੰਟੀਰੀਅਰ ਕਿੰਨਾ ਆਪਣੇ ਕੋਲ 7x ਹੈ। ਤਾਂ ਆਪਾਂ ਕੀ ਫਾਈਂਡ ਆਊਟ ਕਰਨਾ ਹੈ, ਇੱਥੋਂ ਵੀ ਨੰਬਰ ਆਫ ਸਾਈਡਸ ਫਾਈਂਡ ਆਊਟ ਕਰਨੀ ਹੈ, ਠੀਕ ਹੈ। ਤਾਂ ਕੀ ਕਰੀਏ ਦੋਨਾਂ ਦਾ ਜੋੜ ਜਿਹੜਾ ਹੈਗਾ 180 ਦੇ ਬਰਾਬਰ ਰੱਖ ਦਈਏ। 180 ਦੇ ਬਰਾਬਰ ਰੱਖਣ ਤੋਂ ਬਾਅਦ ਕੀ ਹੋਊਗਾ, x ਦੀ ਵੈਲਿਊ ਆ ਜਾਊਗੀ ਆਪਣੇ ਕੋਲ, x ਦੀ ਵੈਲਿਊ ਆ ਗਈ ਆਪਣੇ ਕੋਲ 20। ਤਾਂ ਐਕਸਟੀਰੀਅਰ ਐਂਗਲ ਕਿੰਨਾ ਆ ਜਾਊਗਾ 2 × 20 ਦੈਟ ਇਜ਼ 40। ਐਕਸਟੀਰੀਅਰ ਐਂਗਲ ਨੂੰ ਬਰਾਬਰ ਰੱਖ ਦਿਓ 360/n ਦੇ, ਤਾਂ n ਦੀ ਵੈਲਿਊ ਕਿੰਨੀ ਆ ਜਾਊਗੀ 360/40, n ਦੀ ਵੈਲਿਊ ਆ ਜਾਊਗੀ ਆਪਣੇ ਕੋਲ 9। ਤਾਂ ਇੱਥੇ ਆਪਣੇ ਕੋਲ ਨੰਬਰ ਆਫ ਸਾਈਡਸ ਕਿੰਨੀਆਂ ਆ ਜਾਣਗੀਆਂ 9। ਥਰਡ ਗਿਵਨ ਹੈ ਇਫ ਇਟਸ ਐਕਸਟੀਰੀਅਰ ਐਂਗਲ ਐਕਸੀਡਸ ਇੰਟੀਰੀਅਰ ਐਂਗਲ ਬਾਈ 60 ਡਿਗਰੀ। ਹੁਣ ਕੀ ਗਿਆ ਕਿ ਜਿਹੜਾ ਐਕਸਟੀਰੀਅਰ ਐਂਗਲ ਹੈ ਉਹ ਐਕਸੀਡ ਕਰਦਾ, ਮਤਲਬ ਕਿ ਜਿਹੜਾ ਇੰਟੀਰੀਅਰ ਐਂਗਲ ਹੋਊਗਾ ਇਹਦਾ ਉਹ 60 ਵੱਧ ਹੋਊਗਾ। ਜੇ ਐਕਸਟੀਰੀਅਰ ਐਂਗਲ x ਹੈ ਤਾਂ ਇੰਟੀਰੀਅਰ ਐਂਗਲ ਕਿੰਨਾ ਹੋਊਗਾ x ਪਲੱਸ 60 ਹੋਊਗਾ। ਐਕਸੀਡਸ ਇਟਸ ਇੰਟੀਰੀਅਰ ਮਤਲਬ ਕਿ ਜਿਹੜਾ 60 ਛੋਟਾ ਹੈ ਜਾਂ ਤੁਸੀਂ ਇੱਦਾਂ ਵੇਖ ਲਓ ਕਿ ਐਕਸਟੀਰੀਅਰ ਐਂਗਲ ਜਿਹੜਾ ਹੈਗਾ ਉਹ ਐਕਸੀਡ ਕਰਦਾ ਹੈ ਇੰਟੀਰੀਅਰ ਐਂਗਲ ਦੇ ਬਾਈ 60। ਜਾਂ ਇੱਦਾਂ ਕਰ ਲਓ, ਇੰਟੀਰੀਅਰ ਨੂੰ ਐਕਸਲੈਟ ਕਰ ਲਓ, ਦੋਨਾਂ ਦਾ ਜੋੜ ਕੇ 180 ਦੇ ਬਰਾਬਰ ਰੱਖ ਕੇ ਉਹ ਵੀ x ਦੀ ਵੈਲਿਊ ਫਾਈਂਡ ਆਊਟ ਆ ਜਾਊਗੀ, ਫਿਰ n ਦੀ ਨੰਬਰ ਆਫ ਸਾਈਡਸ ਨੂੰ ਫਾਈਂਡ ਆਊਟ ਕਰ ਲਿਓ, ਠੀਕ ਹੈ। ਇੱਥੇ ਤੁਸੀਂ ਕੀ ਕਰਿਓ ਐਕਸਟੀਰੀਅਰ ਐਂਗਲ ਨੂੰ ਲੈਟ ਕਰ ਲਿਓ, ਇੰਟੀਰੀਅਰ ਲੈਟ ਕਰ ਲਿਓ x ਹੈ ਅਤੇ ਐਕਸਟੀਰੀਅਰ ਲੈਟ ਕਰ ਲਿਓ ਤੁਸੀਂ x ਪਲੱਸ 60 ਹੈ, ਦੋਨਾਂ ਦਾ ਜੋੜ 180 ਰੱਖ ਦਿਓ, ਫਿਰ ਕੀ ਹੈ n ਦੀ ਵੈਲਿਊ ਨੂੰ ਫਾਈਂਡ ਆਊਟ ਕਰ ਦਿਓ। ਨੈਕਸਟ ਗਿਵਨ ਹੈ ਦ ਸਮ ਆਫ ਇੰਟੀਰੀਅਰ ਐਂਗਲਸ ਆਫ ਰੈਗੂਲਰ ਪੋਲੀਗਨ ਇਜ਼ ਥਰਾਈਸ ਦ ਸਮ ਆਫ ਐਕਸਟੀਰੀਅਰ ਐਂਗਲਸ। ਜਿਹੜਾ ਆਪਾਂ ਨੂੰ ਇੰਟੀਰੀਅਰ ਐਂਗਲ ਦਾ ਸਮ ਗਿਵਨ ਹੈ, ਇੰਟੀਰੀਅਰ ਐਂਗਲ ਜਿਹੜਾ ਹੈਗਾ ਉਹ ਥਰਾਈਸ ਹੈ ਦ ਸਮ ਆਫ ਇੰਟੀਰੀਅਰ ਐਂਗਲ ਆਫ ਰੈਗੂਲਰ ਪੋਲੀਗਨ ਇਜ਼ ਥਰਾਈਸ ਦ ਸਮ ਆਫ ਐਕਸਟੀਰੀਅਰ ਐਂਗਲ। ਜੇ ਐਕਸਟੀਰੀਅਰ ਐਂਗਲ ਦਾ ਸਮ x ਹੈ ਤਾਂ ਇੰਟੀਰੀਅਰ ਐਂਗਲ 3x ਹੋਊਗਾ, ਠੀਕ ਹੈ। ਇੱਥੋਂ ਕੀ ਕਰਨਾ ਤੁਸੀਂ x ਦੀ ਵੈਲਿਊ ਪਹਿਲਾਂ ਫਾਈਂਡ ਆਊਟ ਕਰ ਲੈਣੀ ਹੈ। 3x ਪਲੱਸ x ਇਜ਼ ਇਕੁਅਲਸ ਟੂ 180 ਡਿਗਰੀ, 4x ਇਜ਼ ਇਕੁਅਲਸ ਟੂ 180 ਡਿਗਰੀ, x ਇਜ਼ ਇਕੁਅਲਸ ਟੂ 45 ਡਿਗਰੀ। ਮਤਲਬ ਐਕਸਟੀਰੀਅਰ ਐਂਗਲ ਆਪਣੇ ਕੋਲ ਕਿੰਨਾ ਆ ਗਿਆ 45 ਡਿਗਰੀ। ਹੁਣ ਆਹ ਵਾਲਾ ਐਕਸਟੀਰੀਅਰ ਹੁੰਦਾ ਬਾਹਰਲਾ, ਇੱਥੋਂ ਐਕਸਟੀਰੀਅਰ, ਆਹ ਵਾਲਾ ਇੰਟੀਰੀਅਰ, ਠੀਕ ਹੈ। ਤਾਂ ਐਕਸਟੀਰੀਅਰ ਐਂਗਲ ਦਾ ਜਿਹੜਾ ਸਮ ਹੁੰਦਾ ਹੈ ਬਰਾਬਰ 360/n ਹੁੰਦਾ। n ਦੀ ਵੈਲਿਊ ਜੋ ਕੈਲਕੂਲੇਟ ਕਰੋਗੇ ਆਂਸਰ ਆ ਜਾਊਗਾ ਤੁਹਾਡੇ ਕੋਲ 8। ਤਾਂ ਇਹਦਾ ਸੀ ਆਪਣੀ ਐਕਸਰਸਾਈਜ਼ 16B।